ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਆਗਰੇ ਪਹੁੰਚ ਕੇ ਆਪ ਜੀ ਨੇ ਇੱਕ ਅਜਾਲੀ ਦੀ ਰਾਹੀਂ ਕੌਤਕ ਰਚ ਕੇ ਆਪਣੇ ਆਪ ਨੂੰ ਗ੍ਰਿਫਤਾਰ ਕਰਾ ਲਿਆ। ਆਗਰੇ ਤੋਂ ਆਪ ਜੀ ਦਿੱਲੀ ਪਹੁੰਚਾਏ ਗਏ। ਔਰੰਗਜ਼ੇਬ ਨੇ ਆਪ ਜੀ ਨੂੰ ਬੰਦੀ ਖਾਨੇ ਵਿੱਚ ਬੰਦ ਕਰਕੇ ਆਪਣੇ ਕਾਜੀ ਨੂੰ ਗੁਰੂ ਜੀ ਪਾਸ ਭੇਜਿਆ ਅਤੇ ਬੇਨਤੀ ਕੀਤੀ ਕਿ ਆਪ ਮੁਸਲਮਾਨ ਹੋ ਜਾਵੋ, ਸਾਰਾ ਮੁਲਕ ਤੁਹਾਡਾ ਮੁਰੀਦ ਹੋ ਜਾਵੇਗਾ, ਸਾਰੇ ਹਿੰਦੂ ਵੀ ਤੁਹਾਡੇ ਪਿੱਛੇ ਮੁਸਲਮਾਨ ਹੋ ਜਾਣਗੇ। ਇਸ ਤਰ੍ਹਾਂ ਸਾਰੇ ਦੇਸ਼ ਵਿੱਚ ਜਦ ਇੱਕ ਮੁਸਲਮਾਨ ਮਜ਼ਹਬ ਹੋ ਜਾਵੇਗਾ ਤਾਂ ਮਜ਼ਹਬਾਂ ਦੇ ਲੜਾਈ ਝਗੜੇ ਮਿਟ ਜਾਣਗੇ, ਲੋਕ ਸੁਖੀ ਵਸਣਗੇ। ਗੁਰੂ ਜੀ ਦੇ ਬਚਨ ਕੀਤਾ, ਤੂੰ ਸਾਰੇ ਦੇਸ਼ ਵਿੱਚ ਇੱਕ ਮਜ਼ਹਬ ਕਰਨਾ ਚਾਹੁੰਦਾ ਹੈ, ਪਰ ਜੇਕਰ ਰੱਬ ਚਾਹੇ ਤਾਂ ਦੋਹਾਂ ਹਿੰਦੂ ਮੁਸਲਮਾਨ ਦੇ 3 ਹੋ ਜਾਣਗੇ। ਔਰੰਗਜ਼ੇਬ ਨੇ ਕਿਹਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਗੁਰੂ ਜੀ ਨੇ ਕਿਹਾ, ਇਸ ਦਾ ਨਿਰਣਾ ਕਰਨ ਵਾਲਾ ਇੱਕ ਮਣ ਮਿਰਚਾਂ ਨੂੰ ਸਾੜ ਕੇ ਵੇਖੋ, ਜੇਕਰ ਸੁਆਹ ਵਿੱਚੋਂ ਇੱਕ ਮਿਰਚ ਸਾਬਤ ਨਿਕਲੀ ਤਾਂ ਰੱਬ ਨੂੰ ਇੱਕ ਮਜ਼ਹਬ ਪ੍ਰਵਾਨ ਹੋਵੇਗਾ, ਜੇਕਰ 2 ਮਿਰਚਾਂ ਸਾਬਤ ਰਹੀਆਂ ਤਾਂ 2 ਮਜ਼ਹਬ ਰਹਿਣਗੇ, ਪਰ ਜੇਕਰ 3 ਮਿਰਚਾਂ ਸਾਬਤ ਰਹਿ ਗਈਆਂ ਤਾਂ ਫਿਰ ਸਮਝ ਲੈਣਾ ਕਿ ਇਹਨਾਂ ਤੋਂ ਵੱਖਰਾ ਤੀਸਰਾ ਮਜ਼ਹਬ ਹੋਰ ਬਣੇਗਾ। ਇਸ ਤਰ੍ਹਾਂ ਹੀ ਜਦ ਮਿਰਚਾਂ ਦਾ ਢੇਰ ਸਾੜ ਕੇ ਔਰੰਗਜ਼ੇਬ ਨੂੰ ਸੁਆਹ ਫਲਵਾਈ ਤਾਂ ਉਸ ਵਿੱਚੋਂ 3 ਮਿਰਚਾਂ ਸਾਬਤ ਨਿਕਲੀਆਂ। ਇਹ ਨਿਰਣਾ ਪਰਖ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ। ਉਸ ਉਪਰੰਤ ਜਦ ਗੁਰੂ ਜੀ ਕਿਸੇ ਤਰ੍ਹਾਂ ਵੀ ਮੁਸਲਮਾਨ ਹੋਣਾ ਨਾ ਮੰਨੇ ਤਾਂ ਬਾਦਸ਼ਾਹ ਨੇ ਆਪਣੇ ਕਾਜੀ ਦੀ ਮਾਰਫਤ ਆਖਿਆ ਕਿ ਜੇਕਰ ਆਪ ਮੁਸਲਮਾਨ ਨਹੀਂ ਹੋਣਾ ਚਾਹੁੰਦੇ ਤਾਂ ਕੋਈ ਕਰਾਮਾਤ ਵਿਖਾਓ। ਗੁਰੂ ਜੀ ਨੇ ਕਿਹਾ, ਕਰਾਮਾਤ ਕਹਿਰ ਦਾ ਨਾਮ ਹੈ ਜੋ ਅਸੀਂ ਨਹੀਂ ਕਰਨਾ ਚਾਹੁੰਦੇ। ਫਿਰ ਔਰੰਗਜ਼ੇਬ ਨੇ ਕਿਹਾ, ਜੇਕਰ ਆਪ ਨੇ ਦੀਨ ਇਸਲਾਮ ਵੀ ਕਬੂਲ ਨਹੀਂ ਕਰਨਾ ਅਤੇ ਕਰਾਮਾਤ ਵੀ ਨਹੀਂ ਵਿਖਾਉਣੀ ਤਾਂ ਫਿਰ ਕਤਲ ਹੋਣ ਵਾਸਤੇ ਤਿਆਰ ਹੋ ਜਾਵੋ। ਗੁਰੂ ਜੀ ਨੇ ਕਿਹਾ, ਤੇਰੀਆਂ ਪਹਿਲੀਆਂ ਦੋਵੇਂ ਗੱਲਾਂ ਮੁਸਲਮਾਨ ਹੋਣਾ ਤੇ ਕਰਾਮਾਤ ਵਿਖਾਉਣੀ ਸਾਨੂੰ ਪ੍ਰਵਾਨ ਨਹੀਂ ਹਨ, ਪਰ ਤੇਰੀ ਤੀਸਰੀ ਗੱਲ ਕਤਲ ਹੋਣਾ ਸਾਨੂੰ ਪ੍ਰਵਾਨ ਹੈ। ਇਸ ਸਮੇਂ ਗੁਰੂ ਜੀ ਨਾਲ 5 ਸੇਵਾਦਾਰ ਸਿੱਖ ਵੀ ਕੈਦ ਸਨ। ਜਦ ਗੁਰੂ ਜੀ ਮੁਸਲਮਾਨ ਹੋਣਾ ਕਿਸੇ ਤਰ੍ਹਾਂ ਵੀ ਨਾ ਮੰਨੇ ਤਾਂ ਔਰੰਗਜ਼ੇਬ ਨੇ ਆਪ ਜੀ ਨੂੰ ਭੈ-ਭੀਤ ਕਰਨ ਵਾਸਤੇ ਆਪ ਜੀ ਦੇ 2 ਸੇਵਾਦਾਰ ਭਾਈ ਮਤੀ ਦਾਸ ਤੇ ਦਿਆਲੇ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਕਾਜੀ ਦੇ ਫਤਵੇ ਅਨੁਸਾਰ ਭਾਈ ਮਤੀ ਦਾਸ ਨੂੰ ਆਰੇ ਨਾਲ ਚਰਾਇਆ ਗਿਆ ਅਤੇ ਭਾਈ ਦਿਆਲੇ ਨੂੰ ਪਾਣੀ ਦੀ ਉਬਲਦੀ ਦੇਗ ਵਿੱਚ ਬਿਠਾ ਕੇ ਆਲੂ ਵਾਂਗ ਉਬਾਲਿਆ ਗਿਆ। ਦੋਹਾਂ ਧਰਮੀ ਸਿੱਖਾਂ ਨੇ ਆਪਣੇ ਆਪ ਨੂੰ ਹੱਸ-ਹੱਸ ਕੇ ਜਰਵਾਣਿਆਂ ਦੇ ਪੇਸ਼ ਕੀਤਾ ਅਤੇ ਜਪਜੀ ਸਾਹਿਬ ਦਾ ਪਾਠ ਅਤੇ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਹੋਏ ਸੱਚਖੰਡ ਨੂੰ ਜਾ ਬਿਰਾਜੇ। ਇਹਨਾਂ ਦੀ ਹੱਤਿਆ ਕਰਕੇ ਬਾਦਸ਼ਾਹ ਨੇ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਜੇਕਰ ਆਪ ਮੁਸਲਮਾਨ ਹੋਣਾ ਨਹੀਂ ਮੰਨੋਗੇ ਤਾਂ ਤੁਹਾਡੇ ਨਾਲ ਵੀ ਇਹੀ ਵਰਤਾਰਾ ਵਰਤੇਗਾ। ਬਾਕੀ 3 ਸਿੱਖ ਭਾਈ ਗੁਰਦਿੱਤਾ, ਭਾਈ ਉਦੋ ਅਤੇ ਭਾਈ ਚੀਮਾ ਗੁਰੂ ਜੀ ਪਾਸ ਰਹਿ ਗਏ। ਗੁਰੂ ਜੀ ਨੇ ਆਪਣਾ ਅੰਤ ਸਮਾਂ ਨੇੜੇ ਵੇਖ ਕੇ ਇਹਨਾਂ ਨੂੰ ਬਚਨ ਕੀਤਾ ਕਿ ਤੁਸੀਂ ਆਪਣੇ ਘਰਾਂ ਨੂੰ ਚਲੇ ਜਾਓ, ਹੁਣ ਇੱਥੇ ਰਹਿਣ ਦਾ ਕੋਈ ਲਾਭ ਨਹੀਂ ਹੈ। ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਸਾਡੇ ਹੱਥਾਂ ਪੈਰਾਂ ਨੂੰ ਬੇੜੀਆਂ ਸੰਗਲ ਲੱਗੇ ਹੋਏ ਹਨ ਅਤੇ ਜੇਲ੍ਹ ਦੇ ਦਰਵਾਜ਼ਿਆਂ ਨੂੰ ਜੰਦਰੇ ਲੱਗੇ ਹੋਏ ਹਨ, ਅਸੀਂ ਇੱਥੋਂ ਕਿਸ ਤਰ੍ਹਾਂ ਨਿਕਲ ਸਕਦੇ ਹਾਂ? ਗੁਰੂ ਜੀ ਨੇ ਬਚਨ ਕੀਤਾ, ਤੁਸੀਂ ਇਸ ਸ਼ਬਦਾ ਕਾਟੀ ਬੇੜੀ ਪਗਹਿ ਤੇ ਗੁਰਨੀਕੀ ਬੰਦ ਖਲਾਸ, ਇਸ ਦਾ ਪਾਠ ਕਰੋ, ਤੁਹਾਡੀਆਂ ਬੇੜੀਆਂ ਟੁੱਟ ਜਾਣਗੀਆਂ ਅਤੇ ਦਰਵਾਜ਼ਿਆਂ ਦੇ ਜੰਦਰੇ ਖੁੱਲ੍ਹ ਜਾਣਗੇ ਅਤੇ ਤੁਹਾਨੂੰ ਕੋਈ ਨਹੀਂ ਵੇਖੇਗਾ। ਗੁਰੂ ਜੀ ਦਾ ਬਚਨ ਮੰਨ ਕੇ ਜਦ ਭਾਈ ਉਦੋ ਤੇ ਚੀਮਾ ਇਸ ਤਰ੍ਹਾਂ ਆਜ਼ਾਦ ਹੋ ਕੇ ਚਲੇ ਗਏ, ਪਿੱਛੇ ਭਾਈ ਗੁਰਦਿੱਤਾ ਹੀ ਗੁਰੂ ਜੀ ਦੇ ਅੰਤ ਸਮੇਂ ਤੱਕ ਉਹਨਾਂ ਪਾਸ ਰਿਹਾ। ਗੁਰੂ ਜੀ ਨੇ ਅੰਤ ਆਪਣੀ ਮੌਜ ਵਿੱਚ ਇਹ ਸ਼ਲੋਕ ਪੜ੍ਹਿਆ
ਸ਼ਲੋਕ ਮਹੱਲਾ ਨੌਵਾਂ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭੋ ਸਾਥ। ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਇਸ ਉਪਰੰਤ ਗੁਰੂ ਜੀ ਨੇ ਆਪਣੀ ਮਾਤਾ ਜੀ ਅਤੇ ਪਰਿਵਾਰ ਨੂੰ ਧੀਰਜ ਦੇਣ ਵਾਸਤੇ ਅਤੇ ਭਾਣਾ ਮੰਨਣ ਵਾਸਤੇ ਸ਼ਲੋਕ ਲਿਖ ਕੇ ਭੇਜੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਇੱਥੋਂ ਆਰੰਭ ਕਰਕੇ ਅੰਤ ਵਿੱਚ ਲਿਖਿਆ, ਰਾਮ ਨਾਮ ਉਰਮੈ ਗਇਓ, ਜਾ ਕੈ ਸਮ ਨਹੀਂ ਕੋਏ। ਜਿਹ ਸਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਸਾਹਿਬਜ਼ਾਦੇ ਨੂੰ ਗੁਰਿਆਈ ਦੇਣੀ ਇਹਨਾਂ ਸ਼ਲੋਕਾਂ ਦੇ ਨਾਲ ਹੀ ਗੁਰੂ ਜੀ ਨੇ 5 ਪੈਸੇ ਅਤੇ ਨਾਰੀਅਲ ਇੱਕ ਸਿੱਖ ਦੇ ਹੱਥ ਆਨੰਦਪੁਰ ਭੇਜ ਕੇ ਗੁਰਿਆਈ ਆਪਣੇ ਸਪੁੱਤਰ ਸ੍ਰੀ ਗੋਬਿੰਦ ਰਾਏ ਜੀ ਨੂੰ ਦੇ ਦਿੱਤੀ। ਅੰਤ ਜਦ 13 ਮੱਘਰ ਸੁਦੀ 5 ਸੰਮਤ 1732 ਬਿਕਰਮੀ ਦਾ ਨਿਭਾਗਾ ਦਿਨ ਵੀਰਵਾਰ ਆਇਆ ਤਾਂ ਆਪ ਜੀ ਨੂੰ ਚਾਂਦਨੀ ਚੌਂਕ ਕੋਤਵਾਲੀ ਪਾਸ ਦਿਨ ਢਲੇ ਬਾਦਸ਼ਾਹ ਦੇ ਹੁਕਮ ਨਾਲ ਜੱਲਾਦ ਨੇ ਤਲਵਾਰ ਦੇ ਇੱਕ ਵਾਰ ਨਾਲ ਸ਼ਹੀਦ ਕਰ ਦਿੱਤਾ। ਇਸ ਨਿਰਦਈ ਸਾਕੇ ਦਾ ਵਰਣਨ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਕੀਤਾ ਹੈ। ਤੇਗ ਬਹਾਦਰ ਕੇ ਚਲਤ ਭਇਓ, ਜਗਤ ਮੈਂ ਸ਼ੋਕ। ਹੈ ਸਭ ਜਗ ਭਇਓ, ਜੈ 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 ਸੁਰਲੋਕ। ਇਸ ਕਹਿਰ ਦੇ ਸਮੇਂ ਇਤਿਹਾਸਕਾਰ ਲਿਖਦੇ ਹਨ ਕਿ ਬਹੁਤ ਸਖਤ ਕਾਲੀ ਬੋਲੀ ਹਨੇਰੀ ਚੱਲੀ, ਜਿਸ ਦੇ ਅੰਧ ਆਧਾਰ ਵਿੱਚ ਆਪ ਜੀ ਦਾ ਪਵਿੱਤਰ ਸੀਸ ਭਾਈ ਜੈਤਾ ਜਿਉਣ ਸਿੰਘ ਆਪਣੇ ਕੱਪੜਿਆਂ ਵਿੱਚ ਲਪੇਟ ਕੇ ਵਾਹੋ ਦਾਹੀ ਚੱਲ ਕੇ ਆਨੰਦਪੁਰ ਲੈ ਆਇਆ। ਇੱਥੇ ਆਪ ਜੀ ਦੇ ਸੀਸ ਨੂੰ ਬੜੇ ਸਤਿਕਾਰ, ਵਿਰਾਗ ਅਤੇ ਸ਼ੋਕ ਨਾਲ ਸੰਸਕਾਰਿਆ ਗਿਆ। ਇਸ ਅਸਥਾਨ ਤੇ ਗੁਰੂਦੁਆਰਾ ਸੀਸਗੰਜ ਸੁਭਾਈਮਾਨ ਹੈ। ਉਪਰੰਤ ਇਸ ਹਨੇਰੀ ਦੇ ਗੁਬਾਰ ਵਿੱਚ ਹੀ ਆਪ ਜੀ ਦਾ ਪਵਿੱਤਰ ਧੜ ਇੱਕ ਲੁਬਾਣਾ ਸਿੱਖ ਆਪਣੇ ਗੱਡੇ ਦੇ ਮਾਲ ਵਿੱਚ ਛੁਪਾ ਕੇ ਲੈ ਗਿਆ ਅਤੇ ਆਪਣੀਆਂ ਝੁੱਗੀਆਂ ਵਿੱਚ ਰੱਖ ਕੇ ਉਹਨਾਂ ਝੁੱਗੀਆਂ ਨੂੰ ਅੱਗ ਲਾ ਕੇ ਉੱਥੇ ਹੀ ਸੰਸਕਾਰ ਕਰ ਦਿੱਤਾ। ਇਸ ਅਸਥਾਨ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਪ੍ਰਸੰਗ ਸ੍ਰੀ ਗੁਰੂ ਤੇਗ ਬਹਾਦਰ ਜੀ ਸਮਾਪਤ ਹੁੰਦਾ ਹੈ। ਜੇਕਰ ਤੁਹਾਨੂੰ ਇਹ ਕਥਾ ਸੁਣ ਕੇ ਆਨੰਦ ਆਇਆ ਹੋਵੇ, ਤੁਸੀਂ ਨਿਹਾਲ ਹੋਏ ਹੋਵੋ, ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਕੇ ਆਪਣਾ ਆਸ਼ੀਰਵਾਦ ਦਾਸ ਨੂੰ ਦੇਣਾ। ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਤਾਂ ਕਿ ਹਰ ਇੱਕ ਵੀਡੀਓ ਦੀ ਲੇਟੈਸਟ ਅਪਡੇਟ ਤੁਹਾਡੇ ਤੱਕ ਪਹੁੰਚ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।